पिछले कुछ समय तो ग्रोसरी प्राइसेस बहुत ज़्यादा ने, तुसी भी देखिया। डलहौजी यूनिवर्सिटी ਦੀ 2023 ਲਈ ਫੂਡ ਪ੍ਰਾਈਸ ਰਿਪੋਰਟ ਇਹਦੇ ਵਿੱਚ ਭੋਜਨ ਦੀ ਕੀਮਤ ਵਿੱਚ 5 ਤੋਂ 7% ਵਾਧੇ ਦੀ ਭਵਿੱਖਬਾਣੀ ਕੀਤੀ ਗਈ ਸੀ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਫਰਵਰੀ ਵਿੱਚ ਕੀਮਤਾਂ ਸਾਲ ਦੇ ਮੁਕਾਬਲੇ 10.6% ਦਾ ਵਾਧਾ ਹੋਇਆ ਹੈ। ਸੈਂਟਰ ਫਾਰ ਫਿਊਚਰ ਵਰਕ ਦੇ ਅਰਥਸ਼ਾਸਤਰੀ ਜਿਮ ਸਟੈਨਫੋਰਡ ਨੇ ਖੇਤੀਬਾੜੀ ਕਮੇਟੀ ਨੂੰ ਇੱਕ ਵੱਖਰੀ ਸਬਮਿਸ਼ਨ ਵਿੱਚ ਰਿਪੋਰਟ ਦਿੱਤੀ, ਜਿਹਦੇ ਵਿੱਚ ਦੱਸਿਆ ਗਿਆ ਕਿ ਸੁਪਰਮਾਰਕੀਟਾਂ ਨੇ 2019 ਤੋਂ ਆਪਣੇ ਮੁਨਾਫੇ ਨੂੰ ਦੁੱਗਣਾ ਕਰ ਦਿੱਤਾ ਹੈ। ਗਰੋਸਰੀ ਦੇ ਅਧਿਕਾਰੀਆਂ ਨੇ ਮਹਾਮਾਰੀ, ਯੁੱਧ ਅਤੇ ਉਹਨਾਂ ਦੇ ਸਪਲਾਇਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਅਜਿਹਾ ਕੀਤਾ ਹੈ। ਸਟੈਨਫੋਰਡ ਨੇ ਕਿਹਾ ਇਹਨਾਂ ਕੰਪਨੀਆਂ ਨੇ ਅਸਲ ਵਿੱਚ ਆਪਣੀਆਂ ਕੀਮਤਾਂ ਨੂੰ ਇਸ ਸਭ ਤੋਂ ਓਵਰ ਐਂਡ ਅਬਵ ਵਧਾਇਆ ਹੈ ਜੋ ਉਹਨਾਂ ਦੀਆਂ ਵਧੀਆਂ ਹੋਈਆਂ ਲਾਗਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੋਵੇ। ਸਟੈਨਫੋਰਡ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ, ਸੁਪਰਮਾਰਕੀਟਾਂ ਵਾਂਗੂ ਫੂਡ ਪ੍ਰੋਸੈਸਰਾਂ ਨੇ ਵੀ ਆਪਣੀਆਂ ਵਧੀਆਂ ਹੋਈਆਂ ਲਾਗਤਾਂ ਨੂੰ ਜਾਇਜ਼ ਠਹਿਰਾਉਣ ਨਾਲੋਂ ਵੱਧ ਕੀਮਤਾਂ ਵਧਾ ਦਿੱਤੀਆਂ ਨੇ। ਮਹਾਮਾਰੀ ਤੋਂ ਬਾਅਦ ਫੂਡ ਮੈਨੂਫੈਕਚਰਿੰਗ ਦੇ ਮੁਨਾਫੇ ਵਿੱਚ ਖਾਸ ਤੌਰ ਤੇ ਵਾਧਾ ਹੋਇਆ ਹੈ। 2019 ਦੇ ਮੁਕਾਬਲੇ ਤਾਜ਼ਾ 12 ਮਹੀਨਿਆਂ ਦੀ ਮਿਆਦ ਵਿੱਚ 42% ਵਾਧਾ। ਇਹਨਾਂ ਕਾਰਪੋਰੇਸ਼ਨਾਂ ਕੋਲ ਉੱਚ ਪੱਧਰੀ ਨਿਯੰਤਰਣ ਹੈ। ਕੈਨੇਡਾ ਦੇ ਫੂਡ ਰਿਟੇਲ ਅਤੇ ਪ੍ਰੋਸੈਸਿੰਗ ਬਾਜ਼ਾਰ ਬਹੁਤ ਜ਼ਿਆਦਾ ਕੇਂਦਰਿਤ ਨੇ, ਜਿਸ ਦਾ ਮਤਲਬ ਹੈ ਕਿ ਕੰਪਨੀਆਂ ਦੀ ਇੱਕ ਛੋਟੀ ਜਿਹੀ ਗਿਣਤੀ ਉਹਨਾਂ ਕੀਮਤਾਂ ਨੂੰ ਨਿਯੰਤਰਿਤ ਕਰਦੀ ਹੈ ਜੋ ਉਹ ਸਪਲਾਇਰਾਂ ਨੂੰ ਅਦਾ ਕਰਦੀਆਂ ਹਨ ਅਤੇ ਉਹਨਾਂ ਕੀਮਤਾਂ ਜੋ ਉਹ ਖਪਤਕਾਰਾਂ ਤੋਂ ਵਸੂਲਦੀਆਂ ਹਨ। ਡੇਅਰੀ ਅਤੇ ਹੋਰ ਪ੍ਰੋਡਕਸ਼ਨਸ ਤੇ ਲਿਮਿਟੇਸ਼ਨਸ ਲਗਾ ਕੇ ਕੰਪੀਟੀਸ਼ਨ ਨੂੰ ਘੱਟ ਰੱਖਣ ਵਰਗੇ ਨਿਯਮ ਵੀ ਇਹਦੇ 'ਚ ਹਿੱਸਾ ਪਾਉਂਦੇ ਨੇ, ਸੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। 5 ਗਰੋਸਰੀ ਵਿਕਰੇਤਾ ਲੋਬਲॉ, ਸੋਬੇਜ਼, ਮੈਟਰੋ, ਕੋਸਟਕੋ ਅਤੇ ਵਾਲਮਾਰਟ ਕੈਨੇਡਾ ਦੇ ਫੂਡ ਰਿਟੇਲ ਮਾਰਕੀਟ ਦੇ 75% ਨੂੰ ਕੰਟਰੋਲ ਕਰਦੇ ਨੇ। ਪ੍ਰੋਸੈਸਿੰਗ ਵਿੱਚ ਕੈਨੇਡੀਅਨ ਮਾਰਕੀਟ ਕੁਝ ਮਾਮਲਿਆਂ ਵਿੱਚ ਹੋਰ ਵੀ ਮਜ਼ਬੂਤ ਹੈ। ਸਿਰਫ 2 ਕਾਰਪੋਰੇਸ਼ਨਾਂ, ਜਿਨ੍ਹਾਂ ਵਿੱਚ ਇੱਕ ਦੀ ਮਲਕੀਅਤ ਲੋਬਲॉ ਦੀ ਮੂਲ ਕੰਪਨੀ ਜਾਰਜ ਵੈਸਟਨ ਲਿਮਿਟਿਡ ਕੋਲ ਸੀ। ਤੇ ਪ੍ਰੋਡਕਸ਼ਨ ਕਾਸਟ ਵਧਣ ਦੀ ਗੱਲ ਜਾਂ ਰॉ ਮਟੀਰੀਅਲਸ ਮਹਿੰਗੇ ਹੋਣ ਦੀ ਗੱਲ ਵੀ ਪੂਰੀ ਤਰ੍ਹਾਂ ਸੱਚ ਨਹੀਂ ਹੈ। ਨੈਸ਼ਨਲ ਫਾਰਮਜ਼ ਯੂਨੀਅਨ ਨੇ ਹਾਊਸ ਆਫ ਕਾਮਨਸ ਦੇ ਐਗਰੀਕਲਚਰਲ ਕਮੇਟੀ ਨੂੰ ਡੇਟਾ ਸੌਂਪਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕਿਸਾਨਾਂ ਨੂੰ ਉਹਨਾਂ ਦੀਆਂ ਵਸਤੂਆਂ ਲਈ ਮਿਲਣ ਵਾਲੀਆਂ ਕੀਮਤਾਂ ਦੇ ਮੁਕਾਬਲੇ ਗਰੋਸਰੀ ਆਈਟਮਸ ਦੀਆਂ ਕੀਮਤਾਂ ਵਿੱਚ ਕਿੰਨਾ ਵਾਧਾ ਹੋਇਆ ਹੈ। ਵਾਸਤਵ ਵਿੱਚ ਯੂਨੀਅਨ ਦਾ ਕਹਿਣਾ ਹੈ ਕਿ ਗਰੋਸਰੀ ਕੀਮਤਾਂ ਅਨੁਸਾਰ ਭੋਜਨ ਇਨਪੁਟਾਂ ਤੋਂ ਡਬਲ ਕੀਤੀਆਂ ਗਈਆਂ ਨੇ। ਇਸ ਦਾ ਮਤਲਬ ਇਹ ਹੈ ਕਿ ਜਦੋਂ ਕਿ ਗਰੋਸਰੀ ਸਟੋਰਸ ਦੀਆਂ ਕੀਮਤਾਂ ਰਿਕਾਰਡ ਉਚਾਈ ਤੇ ਪਹੁੰਚੀਆਂ ਹਨ, ਕਿਸਾਨ ਜੋ ਆਪਣੀਆਂ ਸ਼ੈਲਫਾਂ ਨੂੰ ਸਟਾਕ ਕਰਦੇ ਹਨ ਉਹਨਾਂ ਵਿੱਚੋਂ ਕੋਈ ਵੀ ਮੁਨਾਫਾ ਨਹੀਂ ਦੇਖ ਰਹੇ ਅਤੇ ਪ੍ਰੋਸੈਸਿੰਗ ਤੇ ਗਰੋਸਰੀ ਕਾਰਪੋਰੇਸ਼ਨਾਂ ਦਾ ਇੱਕ ਛੋਟਾ ਸਮੂਹ ਇਸ ਦੀ ਬਜਾਏ ਆਪਣੀਆਂ ਜੇਬਾਂ ਭਰ ਰਹੇ ਹਨ। ਲਾਗਤਾਂ ਵਧੀਆਂ ਹੋ ਸਕਦੀਆਂ ਨੇ, ਪਰ ਤੱਥ ਇਹ ਹੈ ਕਿ ਮੁਨਾਫੇ ਦੇ ਨਾਲ-ਨਾਲ ਮੁਨਾਫੇ ਦੇ ਮਾਰਜਿਨ ਵਧਦੇ ਪਏ ਨੇ। ਇਹ ਦਰਸਾਉਂਦਾ ਹੈ ਕਿ ਗਰੋਸਰੀ ਵਾਲੇ ਸਿਰਫ ਖਪਤਕਾਰਾਂ ਨੂੰ ਸਪਲਾਈ ਦੇਣ ਦੀਆਂ ਨਵੀਆਂ ਲਾਗਤਾਂ ਦੇ ਨਾਲ ਨਹੀਂ ਲੰਘ ਰਹੇ ਹਨ, ਉਹ ਕੀਮਤਾਂ ਨੂੰ ਰੀਸੈਟ ਕਰਨ ਲਈ ਮਹਾਮਾਰੀ ਦੀ ਮਹਿੰਗਾਈ ਨੂੰ ਧੁੰਦ ਵਾਂਗ ਵਰਤਦੇ ਪਏ ਨੇ। CEO ਕਾਰਪੋਰੇਟ ਕੁਸ਼ਲਤਾਵਾਂ ਅਤੇ ਸਹਿਯੋਗ ਬਾਰੇ ਬੇਅੰਤ ਗੱਲਾਂ ਕਰਨਗੇ। ਉਹ ਨਿਰਾਸ਼ ਹੋਣਗੇ ਕਿ ਕੀਮਤਾਂ ਵਿੱਚ ਵਾਧਾ ਉਹਨਾਂ ਦੇ ਕਾਬੂ ਤੋਂ ਬਾਹਰ ਹੈ ਅਤੇ ਕੈਨੇਡੀਅਨ ਕਰਿਆਨੇ ਦੀ ਦੁਕਾਨਦਾਰਾਂ ਨੂੰ ਡੇਅਰੀ, ਅੰਡੇ ਅਤੇ ਹੋਰ ਸਟੇਪਲਾਂ ਦੀਆਂ ਕੀਮਤਾਂ ਨਿਰਧਾਰਤ ਕਰਨ ਵਿੱਚ ਮਾਰਕੀਟਿੰਗ ਬੋਰਡਾਂ ਦੀਆਂ ਕਾਰਵਾਈਆਂ ਲਈ ਲੇਖਾ-ਜੋਖਾ ਕਰਨ ਦੀ ਲੋੜ ਹੁੰਦੀ ਹੈ। ਪਰ ਇੱਥੇ ਅੰਕੜੇ ਸਪਸ਼ਟ ਨੇ। ਮੁੱਕਦੀ ਗੱਲ ਤੇ ਸੱਚ ਇਹੀ ਹੈ ਕਿ ਗਰੋਸਰੀ ਦੀਆਂ ਵੱਡੀਆਂ ਕੰਪਨੀਆਂ ਨੇ ਆਪਣੇ ਪ੍ਰੋਫਿਟ ਵਧਾਉਣ ਲਈ ਆਮ ਬੰਦੇ ਨੂੰ ਨਿਚੋੜਨ ਦਾ ਫੈਸਲਾ ਕਰ ਲਿਆ ਹੈ ਤੇ ਸਰਕਾਰ ਕੋਈ ਵੀ ਠੋਸ ਕਦਮ ਚੁੱਕਣ ਵਿੱਚ ਅਸਫਲ ਰਹੀ ਹੈ। ਸੋ ਚਾਹੇ ਮਹਾਮਾਰੀ ਦੀ ਗੱਲ ਹੋਏ, ਚਾਹੇ ਯੂਕਰੇਨ ਦੇ ਯੁੱਧ ਦੀ ਗੱਲ ਹੋਏ, ਚਾਹੇ ਸਪਲਾਈ ਚੇਨ ਇਸ਼ੂਜ਼, ਇਹ ਤੁਸੀਂ ਕੁਝ ਵੀ ਸਮਝਦੇ ਰਹੋ, ਇਹ ਸਿਰਫ ਇੱਕ ਫਰੰਟ ਹੈ, ਇੱਕ ਨਕਾਬ ਹੈ ਜੋ ਪਾ ਕੇ ਕੰਪਨੀਆਂ ਆਪਣੇ ਪ੍ਰੋਫਿਟਸ ਵਧਾ ਰਹੀਆਂ ਨੇ। ਜਦੋਂ ਪਾਰਲੀਮੈਂਟਰੀ ਕਮੇਟੀ ਜੋ ਜਗਮੀਤ ਸਿੰਘ ਦੇ ਬਾਰ-ਬਾਰ ਕਹਿਣ ਤੋਂ ਬਾਅਦ ਬਣੀ ਸੀ, ਉਹਦੇ ਵਿੱਚ ਇਹਨਾਂ CEOs ਨੂੰ, ਜਿਹੜੇ ਗਰੋਸਰੀ ਸਟੋਰਸ ਦੇ CEOs ਸੀਗੇ, ਉਹਨਾਂ ਨੂੰ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਆਹੀ ਗੱਲਾਂ ਰਿਪੀਟ ਕੀਤੀਆਂ ਜੋ ਮੈਂ ਤੁਹਾਨੂੰ ਹੁਣੇ ਦੱਸੀਆਂ ਕਿ ਸਪਲਾਈ ਚੇਨ ਇਸ਼ੂਜ਼ ਨੇ, ਰॉ ਮਟੀਰੀਅਲ ਮਹਿੰਗਾ ਹੋ ਗਿਆ ਹੈ, ਮਹਾਮਾਰੀ ਦੇ ਕਰਕੇ ਰਿਸੈਸ਼ਨ, ਇਨਫਲੇਸ਼ਨ, ਬਹੁਤ ਕੁਝ ਕਿਹਾ ਗਿਆ। ਪਰ ਫੈਕਟਸ ਇਹੀ ਨੇ ਕਿ ਗਰੋਸਰੀ ਵਾਲੇ ਜਿਹੜੇ ਸਟੋਰਸ ਨੇ, ਜਿਹੜੀਆਂ ਵੱਡੀਆਂ ਕੰਪਨੀਆਂ ਨੇ, ਇਹਨਾਂ ਦੇ ਮੁਨਾਫੇ ਵੱਧਦੇ ਜਾ ਰਹੇ। ਨਾ ਸਿਰਫ ਵੱਧਦੇ ਜਾ ਰਹੇ ਨੇ, ਪਰ ਜਿਸ ਰੇਟ ਤੇ ਆ ਗਰੋ ਕਰ ਰਹੇ ਨੇ ਉਹਦੇ ਨਾਲ ਇਹ ਸਾਫ਼ ਹੋ ਰਿਹਾ ਹੈ ਕਿ ਇਹ ਸਿਰਫ ਇਸਤੇਮਾਲ ਕਰ ਰਹੇ ਨੇ ਇਹਨਾਂ ਸਾਰੀਆਂ ਗੱਲਾਂ ਨੂੰ, ਕਿਉਂਕਿ ਇਹ ਜਿਹੜੇ ਵਾਧੇ ਨੇ ਇਹ ਬਹੁਤ ਘੱਟ ਨੇ, ਪਰ ਇਹਨਾਂ ਤੋਂ ਫਾਇਦਾ ਜਿਹੜਾ ਚੁੱਕਿਆ ਜਾ ਰਿਹਾ ਹੈ ਉਹ ਬਹੁਤ ਵੱਡਾ ਹੈ। ਸਰਕਾਰ ਨੇ ਇਹਨਾਂ ਤੇ ਰੋਕ ਲਾਉਣ ਦੀ ਜਾਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦੀ ਜਗ੍ਹਾ ਹੁਣ ਸਾਨੂੰ ਦਿੱਤਾ ਹੈ ਇੱਕ ਗਰੋਸਰੀ ਰਿਬੇਟ, ਜਿਹੜਾ ਕਿ ਸ਼ਾਇਦ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਜਿਹੜਾ ਅਗਲੇ ਮਹੀਨੇ ਆਣਾ ਹੈ ਉਹ ਕਾਫੀ ਨਹੀਂ ਹੈ। ਉਹ ਪੂਰੇ ਸਾਲ ਦੀ ਗਰੋਸਰੀ 'ਚ ਜਿੰਨਾ ਸਾਨੂੰ ਨੁਕਸਾਨ ਹੋ ਰਿਹਾ ਜਾਂ ਕਹਿ ਲਓ ਜਿੰਨੀ ਉਹ ਮਹਿੰਗਾਈ ਹੈ, ਉਹ ਉਨਾ ਜਿਹਾ ਰਿਬੇਟ ਕਵਰ ਨਹੀਂ ਕਰਦਾ। ਸੋ ਸਰਕਾਰ ਨੂੰ ਰੈਦਰ ਦੈਨ ਇਹ ਗਰੋਸਰੀ ਰਿਬੇਟ ਵਰਗੇ ਜਿਹੜੇ
ਫਾਰਮੂਲੇ ਨੇ ਇਹ ਲਗਾਉਣ ਦੀ ਜਗ੍ਹਾ ਇਹਨਾਂ ਗਰੋਸਰੀ ਪ੍ਰਾਈਸਿਸ ਦੀ ਕੈਪਿੰਗ ਦੀ ਗੱਲ ਸ਼ੁਰੂ ਕਰਨੀ ਚਾਹੀਦੀ ਹੈ ਤੇ ਜਿਹੜਾ ਕੰਪੀਟੀਸ਼ਨ ਘੱਟ ਹੈ, ਜਿਹੜੀ ਕੁਝ ਵੱਡੀਆਂ ਕੰਪਨੀਆਂ ਇਹਨੂੰ ਕੰਟਰੋਲ ਕਰ ਰਹੀਆਂ ਨੇ, ਉਹਦੇ ਵਿੱਚ ਕੰਪੀਟੀਸ਼ਨ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹਦੇ ਨਾਲ ਰੇਟਸ ਤੇ ਥੋੜਾ ਜਿਹਾ ਕਾਬੂ ਪਾਇਆ ਜਾ ਸਕੇ। ਇਹ ਹੁੰਦਾ ਹੈ ਕਿ ਨਹੀਂ, ਇਹ ਕਦੋਂ ਹੁੰਦਾ ਹੈ, ਇਹ ਦੇਖਣਾ ਪਵੇਗਾ, ਕਿਉਂਕਿ ਉਦੋਂ ਤੱਕ ਸਾਡੀ ਜੇਬ ਵਿੱਚ ਮੋਹਰੀ ਹੋਰ ਵੱਡੀ ਹੁੰਦੀ ਰਹੇਗੀ। ਸਤਿ ਸ਼੍ਰੀ ਅਕਾਲ।